ਪ੍ਰਾਕਥਨ। ਇਸ ਪਹਿਲੇ ਮਹਾਵਾਕ ਵਿੱਚ ਅਕਾਲ ਪੁਰਖ ਦਾ ਸਰੂਪ ਵਰਣਨ ਹੈ, ਜੋ ਸਿੱਖ ਧਰਮ ਦਾ ਮੂਲ ਹੈ, ਤੇ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜਪਜੀ ਸਾਹਿਬ ਦਾ ਮੰਗਲ ਵੀ ਹੈ। ਇੱਕ ਓੰਕਾਰ ਇਕੱਤੋ ਹੈ ਨਿਰੰਕਾਰ, ਜੋ ਨਾਨਤੋ ਵਿੱਚ ਓੰਕਾਰ ਰੂਪ ਹੋ ਕੇ ਫੇਰ ਇਕੱਤੋ ਹੈ। ਉਹ ਇਕੱਤੋ ਸਦਾ ਥਿਰ ਇਕੱਤੋ ਹੈ। ਸਤਨਾਮ ਉਸ ਦਾ ਨਾਮ ਹੀ ਹੈ ਸਤ, ਅਰਥਾਤ ਸਦਾ ਰਹਿਣ ਵਾਲਾ ਚੇਤਨ ਵਜੂਦ। ਕਰਤਾ ਪੁਰਖ ਉਹੀ ਦਿਸ ਰਹੀ ਤੇ ਨਾਨ ਦਿਸ ਰਹੀ, ਨਾਨਤੋ ਦਾ ਰਚਨਹਾਰ ਹੈ। ਨਿਰੀ ਕੋਈ ਨਿਰਜਿੰਦ ਸ਼ਕਤੀ ਜਾਂ ਸੱਤਾ ਮਾਤਰ ਨਹੀਂ, ਪਰ ਉਹ ਪੁਰਖ ਹੈ। ਪੁਰਖ ਉਹ ਜੀਵ ਅਰਥਾਂ ਵਿੱਚ ਨਹੀਂ, ਪਰ ਜੀਵ ਸ਼੍ਰੇਣੀ ਦੇ ਬਣਾਉਣ ਵਾਲਾ ਕਰਤਾ ਪੁਰਖ ਹੈ। ਨਿਰਭਉ ਨਿਰਵੈਰ ਬ੍ਰਹਮਾਦਿਕਾਂ ਵਾਂਗੂ ਦੇਵਤਾ ਸ਼੍ਰੇਣੀ ਵਿੱਚੋਂ ਵੀ ਪੁਰਖ ਨਹੀਂ। ਜੋ ਭੈ ਤੇ ਵੈਰ ਵਿਰੋਧ ਵਿੱਚ ਆਏ, ਉਹ ਤਾਂ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਇਹਨਾਂ ਸਭਨਾਂ ਤੋਂ ਉਹ ਇਉਂ ਵੀ ਉੱਚਾ ਹੈ ਕਿ ਸਾਰੇ ਕਾਲ ਵਿੱਚ ਆਏ, ਪਰ ਉਹ ਅਕਾਲ ਕਾਲ ਰਹਿਤ ਹੈ। ਅਕਾਲ ਹੋ ਕੇ ਉਹ ਅਣਹੋਂਦ ਨਹੀਂ, ਉਹ ਮੂਰਤ ਹੋਂਦ ਹੈ, ਅਰਥਾਤ ਉਸ ਦਾ ਵਜੂਦ ਜਾਂ ਸਰੂਪ ਹੈ, ਜੋ ਸਰੂਪ ਕੇ ਕਾਲ ਤੋਂ ਰਹਿਤ ਹੈ। ਅਜੂਨੀ ਸਹਿ ਭੰ ਸੋ ਉਸ ਦਾ ਵਜੂਦ ਜੀਵਾਂ ਜਾਂ ਹੋਰ ਵਡਕਿਆਂ ਵਾਂਗੂ ਜਨਮ ਵਿੱਚ ਆਉਣੇ ਵਾਲਾ ਨਹੀਂ। ਉਹ ਜੂਨੀ ਹੈ, ਅਰਥਾਤ ਜੂਨ ਵਿੱਚ ਨਹੀਂ ਆਉਂਦਾ, ਭਾਵ ਕਿ ਉਸ ਦੇ ਵਜੂਦ ਦਾ ਕੋਈ ਕਾਰਨ ਨਹੀਂ, ਸਗੋਂ ਉਹ ਤਾਂ ਆਪਣੇ ਆਪ ਤੋਂ ਪ੍ਰਕਾਸ਼ ਸਰੂਪ ਹੈ, ਜੋਤੀ ਸਰੂਪ ਹੈ, ਅਰਥਾਤ ਉਸ ਦੀ ਚੇਤਨਤਾ ਉਸ ਦਾ ਸੁਤੇ ਹੀ ਆਪਣਾ ਸਰੂਪ ਹੈ। ਐਸਾ ਹੈ ਉਹ ਸਤ ਸਰੂਪ ਅਕਾਲ ਪੁਰਖ, ਜਿਸ ਦਾ ਪ੍ਰਤਿਪਾਦਨ ਜਪਜੀ ਵਿੱਚ ਹੋਣਾ ਹੈ। ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜਪ ਜਪ ਦਾ ਭਾਵ ਹੈ ਬੋਲਣਾ, ਐਸਾ ਬੋਲਣਾ ਜੋ ਸੁਣੀਵੇ ਨਾ। ਚੁੱਪ ਚਾਪ ਦਾ ਪਾਠ ਮੰਤਰ ਦਾ ਉਚਾਰਨਾ। ਆਦ ਸੱਚ ਜੁਗਾਦ ਸੱਚ ਮੂਲ ਮੰਤਰ ਵਿੱਚ ਪ੍ਰਤਿਪਾਦਨ ਹੋਇਆ ਅਕਾਲ ਪੁਰਖ ਆਦ ਵਿੱਚ ਸੱਚ ਸੀ, ਜੁਗਾਂ ਦੇ ਆਦ ਵਿੱਚ ਵੀ ਸੱਚ ਸੀ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਹੁਣ ਵੀ ਸੱਚ ਹੈ ਤੇ ਅੱਗੋਂ ਨੂੰ ਵੀ ਸੱਚ ਹੋਵੇਗਾ। ਵਿਆਖਿਆ ਇਹ ਮੂਲ ਮੰਤਰ ਹੈ। ਇਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦਾ ਸਰੂਪ ਵਰਣਨ ਕੀਤਾ ਹੈ। ਭਾਵ ਇਹ ਹੈ ਕਿ ਜਪਜੀ ਵਿੱਚ ਤੇ ਸਾਰੀ ਗੁਰਬਾਣੀ ਵਿੱਚ ਜਿਸ ਜਪਣ ਜੋਗ ਨਿਰੰਕਾਰ ਦਾ ਵਰਣਨ ਤੇ ਗੁਣ ਗਾਇਨ ਹੋਣਾ ਹੈ, ਉਸ ਦਾ ਸਰੂਪ ਦੱਸਿਆ ਹੈ ਕਿ ਇਹ ਹੈ। ਇਹ ਮੂਲ ਮੰਤਰ ਮੰਗਲਾਚਰਨ ਵੀ ਹੈ। ਇਹ ਮੰਗਲਾਚਰਨ ਵਸਤੂ ਨਿਰਦੇਸ਼ ਮੰਗਲਾਚਰਨ ਹੈ, ਅਰਥਾਤ ਪਵਿੱਤਰ ਬਾਣੀ ਦੇ ਵਿੱਚ ਜਿਸ ਅਕਾਲ ਪੁਰਖ ਦਾ ਵਰਣਨ ਹੋਣਾ ਹੈ, ਉਸੇ ਦਾ ਸਰੂਪ, ਲੱਛਣ, ਗੁਣ, ਕੀਰਤੀ ਆਦਿ ਮੰਗਲ ਵਿੱਚ ਸੰਖੇਪ ਕਥਨ ਕੀਤੇ ਗਏ ਹਨ। ਇਹ ਜਿਹੜਾ ਇੱਕ ਅੰਕ ਹੈ ਜੋ ਗੁਰੂ ਜੀ ਨੇ ਆਪਣੇ ਅਕਾਲ ਪੁਰਖ ਦਾ ਵਾਚਕ ਵਰਤਿਆ ਹੈ, ਜਿਸ ਅਕਾਲ ਪੁਰਖ ਦਾ ਕਿ ਚਿੰਤਨ, ਧਿਆਨ, ਪ੍ਰੇਮ ਆਦਿ ਜਪ ਸਾਹਿਬ ਵਿੱਚ ਦੱਸਣਾ ਹੈ, ਇੱਥੇ ਉਸ ਨੂੰ ਇੱਕ ਕਰਕੇ ਦੱਸਦੇ ਹਨ। ਜਿਸ ਤਰ੍ਹਾਂ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਇਹ ਇੱਕ ਆਪ ਜੀ ਨੇ ਜਪਜੀ ਦੇ ਮੁੱਢ ਵਿੱਚ ਸੰਖਿਆ ਵਾਚਕ ਵਿਸ਼ੇਸ਼ਣ ਕਰਕੇ ਨਹੀਂ ਵਰਤਿਆ, ਪਰ ਸੰਗਿਆ ਕਰਕੇ ਵਰਤਿਆ ਹੈ, ਜੋ ਉਸ ਦੇ ਸਰੂਪ ਦਾ ਲਖਾਇਕ ਉਸ ਦਾ ਨਾਮ ਹੈ। ਇਸ ਦਾ ਅਰਥ ਗੁਰੂ ਜੀ ਨੇ ਆਪ ਇਉਂ ਕੀਤਾ ਹੈ। ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨ ਜਾਲਾ।
ਅਗਮ ਅਗੋਚਰ ਰੂਪ ਨ ਰੇਖਿਆ। ਏਕਮ ਥਿਤ ਦੁਆਰਾ ਉਪਦੇਸ਼ ਕਰਦੇ ਹਨ ਕਿ ਅਕਾਲ ਪੁਰਖ ਜੋ ਹੈ ਸੋ ਇੱਕ ਹੈ, ਸਭ ਤੋਂ ਅਲਿਪਤ ਹੈ। ਉਹ ਮ੍ਰਿਤੂ ਤੇ ਜਨਮ ਤੋਂ ਰਹਿਤ ਹੈ। ਉਸ ਦੀ ਕੋਈ ਜਾਤ ਕਿਸਮ ਨਹੀਂ। ਮਨ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਇੰਦਰੀਆਂ ਤੋਂ ਅਲੱਖ ਹੈ। ਉਸ ਦਾ ਰੂਪ ਕੋਈ ਨਹੀਂ, ਚਿੰਨ੍ਹ ਕੋਈ ਨਹੀਂ। ਪ੍ਰਸ਼ਨ ਹੁੰਦਾ ਹੈ ਕਿ ਉਹ ਹੈ ਕਿੱਥੇ? ਤਾਂ ਦੱਸਦੇ ਹਨ, ਖੋਜਤ ਖੋਜਤ ਘਟ ਘਟ ਦੇਖਿਆ। ਕਿ ਜੋ ਨਾਨਤੋ ਦੇਖ ਰਹੇ ਹੋ, ਇਸ ਵਿੱਚ ਖੋਜ ਕਰਦਿਆਂ ਅਸਾਂ ਘਟ ਘਟ ਵਿੱਚ ਉਸ ਨੂੰ ਦੇਖਿਆ ਹੈ। ਭਾਵ ਇਹ ਹੋਇਆ ਕਿ ਉਹ ਆਪਣੀ ਇਕੱਤੋ ਵਿੱਚ ਸਦਾ ਇੱਕ ਹੈ। ਜਦ ਇੱਕ ਹੈ ਤਾਂ ਇੱਕ ਹੈ, ਜਦ ਨਾਨਤੋ ਵਿੱਚ ਵੇਖੋ ਤਾਂ ਘਟ ਘਟ ਵਿੱਚ ਹੈ। ਪਰ ਉਹ ਘਟ ਘਟ ਵਿੱਚ ਹੋਣ ਕਰਕੇ ਪ੍ਰਸੰਨ ਨਹੀਂ ਹੋ ਗਿਆ। ਉਹ ਨਾਨਤੋ ਵਿੱਚ ਵੀ ਆਪ ਇੱਕ ਦਾ ਹੀ ਇੱਕ ਹੈ। ਉਹ ਇੱਕ ਕੈਸਾ ਹੈ? ਉਹ ਦੁੱਤੀ ਹੈ। ਹਾਂ, ਇਹ ਉਸ ਇੱਕ ਦੀ ਸ਼ਰਤ ਹੈ ਕਿ ਉਹ ਇੱਕ ਹੈ ਅਰ ਅਦੁੱਤੀ ਹੈ। ਜਿਸ ਤਰ੍ਹਾਂ ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਉਹ ਕੇਵਲ ਇੱਕ ਹੈ, ਦੂਜਾ ਹੋਰ ਕੋਈ ਨਹੀਂ। ਉਹੀ ਇੱਕ ਜੋ ਦੂਜਾ ਨਹੀਂ, ਸਾਰੇ ਸਮਾ ਰਿਹਾ ਹੈ। ਪ੍ਰਸ਼ਨ ਹੁੰਦਾ ਹੈ ਕਿ ਉਹ ਪਾਇਆ ਕੀਕੂ ਜਾਏ? ਤਾਂ ਦੱਸਦੇ ਹਨ, ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ। ਅੰਤਰ ਬਾਹਰ ਏਕ ਪਛਾਣੈ, ਇਉ ਕਰ ਮਹਿਲ ਸਿਆਪੈ। ਪ੍ਰਭ ਨੇੜੈ ਹਰ ਦੂਰ ਨ ਜਾਣਹੁ, ਏਕੋ ਸ੍ਰਿਸ਼ਟ ਸਬਾਈ। ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਇੱਕ ਹੈ, ਇੱਕ ਹੈ ਕਹਿ ਤਾਂ ਸਭ ਕੋਈ ਲੈਂਦਾ ਹੈ, ਪਰ ਕਹਿਣ ਮਾਤਰ ਨਾਲ ਸਿਆਣ ਨਹੀਂ ਹੁੰਦੀ। ਕਿਉਂਕਿ ਕਹਿਣ ਵਾਲੇ ਦੀਆਂ ਚਿੱਤ ਬਿਰਤੀਆਂ ਹਉ ਤੇ ਹੰਕਾਰ ਵਿੱਚ ਫਸੀਆਂ ਹੋਈਆਂ ਹਨ। ਜਦ ਇਸ ਹਉ ਨੂੰ ਛੱਡ ਕੇ ਅੰਦਰ ਬਾਹਰ ਵਿਆਪਕ ਇੱਕ ਨੂੰ ਪਛਾਣ ਲਵੇ ਤਾਂ ਉਸ ਦਾ ਸਰੂਪ ਪਛਾਣ ਹੋ ਜਾਂਦਾ ਹੈ। ਉਹ ਪ੍ਰਭੂ ਨੇੜੇ ਹੈ, ਦੂਰ ਨਹੀਂ। ਸ੍ਰਿਸ਼ਟੀ ਸਾਰੀ ਵਿੱਚ ਵਿਆਪਕ ਹੈ। ਹਾਂ, ਉਹ ਕੇਵਲ ਇੱਕੋ ਹੈ, ਦੂਜਾ ਹੋਰ ਨਹੀਂ। ਉਹ ਸਾਰੇ ਪਰਿਪੂਰਨ ਹੈ। ਫਿਰ ਫਰਮਾਉਂਦੇ ਹਨ, ਏਕੇ ਕਉ ਸਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਜਦੋਂ ਕੋਈ ਹਉਮੈ ਰੂਪੀ ਦੁਐਤ ਨੂੰ ਦੂਰ ਕਰ ਲਵੇਗਾ, ਤਦੋਂ ਇਸ ਇੱਕ ਨੂੰ ਸੱਚਮੁੱਚ ਇੱਕ ਜਾਣ ਲਵੇਗਾ। ਪੰਜਵੇਂ ਗੁਰੂ ਜੀ ਨੇ ਫਰਮਾਇਆ ਹੈ ਕਿ ਏਕ ਓੰਕਾਰ ਨਿਰੰਜਨ ਨਿਰਭਉ, ਸਭ ਜਲ ਥਲ ਰਹਿਆ ਸਮਾਈ। ਜੋ ਕੇਵਲ ਇਕੱਤੋ ਹੈ, ਆਪਣੇ ਨਿਰੰਜਨ ਸਰੂਪ ਵਿੱਚ ਹੈ, ਨਿਰਭਉ ਹੈ, ਉਹੀ ਨਾਨਤੋ ਜਾਂ ਅਨੇਕਤਾ ਵਿੱਚ ਸਮਾਇਆ ਵੀ ਇੱਕ ਹੀ ਹੈ। ਉਹ ਮੂਲ ਹੈ, ਉਹ ਅਸਲੀਅਤ ਹੈ। ਉਸੇ ਦੀ ਇਕੱਤੋ ਤੋਂ ਨਾਨਤੋ ਹੁੰਦੀ ਹੈ, ਪਰ ਤਦ ਵੀ ਉਸ ਦੀ ਇਕੱਤੋ ਅਬਦਲ ਯਥਾਰਥ ਤੇ ਠੀਕ ਠੀਕ ਇੱਕ ਹੀ ਰਹਿੰਦੀ ਹੈ। ਦਸਮ ਪਾਤਸ਼ਾਹ ਜੀ ਦਾ ਵਾਕ ਹੈ, ਪ੍ਰਣਵੋ ਆਦ ਏਕ ਓੰਕਾਰਾ, ਜਲ ਥਲ ਮਹੀਅਲ ਕੀਓ ਪਸਾਰਾ। ਆਦ ਪੁਰਖ ਅਦਵੈ ਅਬਿਨਾਸੀ, ਲੋਕ ਚਤੁਰਦਸ ਜੋਤ ਪ੍ਰਕਾਸੀ। ਗੁਰੂ ਜੀ ਦੇ ਲਿਖੇ ਇਸ ਇੱਕ ਨੇ ਸਾਨੂੰ ਇਹ ਵੀ ਦੱਸਿਆ ਕਿ ਅਨੇਕਤਾ ਜਾਂ ਨਾਨਤੋ ਜਾਂ ਸ੍ਰਿਸ਼ਟੀ ਜੋ ਕੁਛ ਕਹੋ, ਇਸ ਦਾ ਮੂਲ ਜੀਰੋ, ਅਣਹੋਂਦ ਜਾਂ ਮਨਫੀਅਤ ਨਹੀਂ, ਪਰ ਹੋਂਦ ਹੈ ਜੋ ਇੱਕ ਹੈ। ਦ੍ਰਿਸ਼ ਅਦ੍ਰਿਸ਼ ਵਿੱਚ ਇੱਕੋ ਥਿਰ ਹਸਤੀ ਦਾ ਪਸਾਰਾ ਹੈ, ਜੋ ਸਦਾ ਅਦਵੈ ਹੈ, ਆਦਿ ਪੁਰਖ ਅਦਵੈ ਅਬਿਨਾਸੀ। ਸਾਧਨ ਪੱਖ ਗੁਰੂ ਨਾਨਕ ਦੇਵ ਜੀ ਦਾ ਵਾਕ ਹੈ, ਅੰਤਰ ਬਾਹਰ ਏਕ ਪਛਾਣੈ, ਇਉ ਕਰ ਮਹਿਲ ਸਿਆਪੈ।
ਏਕ ਊਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ। ਇਸ ਕਰਕੇ ਦਸਮ ਪਾਤਸ਼ਾਹ ਜੀ ਦੀ ਆਗਿਆ ਹੈ, ਇਕ ਬਿਨ ਦੂਸਰ ਸੋ ਨਾ ਚਿਨਾਰ। ਗੁਰੂ ਨਾਨਕ ਦੇਵ ਜੀ ਦਾ ਵਾਕ ਹੈ, ਏਕ ਸਰੇਵੈ ਤਾ ਗਤ ਮਿਤ ਪਾਵੈ, ਆਵਣ ਜਾਣ ਰਹਾਈ। ਉਸ ਨਿਰੰਜਨ ਇੱਕ ਨੂੰ ਸੇਵੇ ਕੀਕੂ। ਉੱਤਰ, ਏਕੋ ਏਕ ਬਖਾਨੀਐ, ਬਿਰਲਾ ਜਾਣੈ ਸਵਾਦ। ਏਕੰਕਾਰ ਨਾਮ ਉਰ ਧਾਰੰ, ਕੁਲਹਿ ਸਮੂਹ ਸਗਲ ਉਧਾਰੰ। ਆਦਿ ਨਿਰੰਜਨ ਨਿਰਮਲ ਸੋਈ, ਅਵਰ ਨ ਜਾਣਾ ਦੂਜਾ ਕੋਈ। ਏਕੰਕਾਰ ਵਸੈ ਮਨ ਭਾਵੈ, ਹਉਮੈ ਗਰਭ ਗਵਾਏ ਦਾ। ਫਿਰ ਦ੍ਰਿਸ਼ਟੀ ਕੀ ਹੋ ਜਾਂਦੀ ਹੈ, ਪੰਚਮ ਗੁਰੂ ਜੀ ਦੱਸਦੇ ਹਨ। ਏਕ ਬਿਸਥੀਰਨ ਏਕ ਸੰਪੂਰਨ, ਏਕੈ ਪ੍ਰਾਨ ਆਧਾਰਾ। ਹੁਣ ਪ੍ਰਸ਼ਨ ਹੁੰਦਾ ਹੈ ਕਿ ਏਕੰਕਾਰ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਉੱਤਰ ਦਿੰਦੇ ਹਨ, ਸਾਧ ਸੰਗਤ ਕਉ ਵਾਰਿਆ ਭਾਈ, ਜਿਨ ਏਕੰਕਾਰ ਆਧਾਰ। ਏਕੰਕਾਰ ਸਤਿਗੁਰ ਤੇ ਪਾਈਐ, ਹਉ ਬਲ ਬਲ ਗੁਰ ਦਰਸਾਇਣਾ। ਗੁਰੂ ਨਾਨਕ ਦੇਵ ਜੀ ਨੇ ਇੱਕ ਅਦੁੱਤੀ ਇੱਕ ਬਾਬਤ ਇਉਂ ਵੀ ਫਰਮਾਇਆ ਹੈ, ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਇ। ਉਸ ਦਾ ਵੱਡਾ ਗੁਣ ਇਹ ਹੈ ਕਿ ਉਸ ਵਰਗਾ ਹੋਰ ਕੋਈ ਨਹੀਂ ਹੈ, ਨਾ ਕੋਈ ਅੱਗੇ ਹੋਇਆ ਹੈ, ਨਾ ਅੱਗੋਂ ਨੂੰ ਕੋਈ ਹੋਵੇਗਾ। ਭਾਵ ਉਹ ਇੱਕ ਹੈ ਤੇ ਉਸ ਵਰਗਾ ਇੱਕ ਉਹ ਆਪ ਹੀ ਹੈ, ਹੋਰ ਨਹੀਂ। ਓੰਕਾਰ। ਪਹਿਲਾਂ ਗੁਰੂ ਜੀ ਨੇ ਨਿਰੰਕਾਰ ਨੂੰ ਇੱਕ ਲਿਖ ਕੇ ਲਿਖਾਇਆ, ਗੋਇਆ ਕਿ ਉਹ ਅਪਰੰਪਰ ਪਾਰ ਬ੍ਰਹਮ ਹੈ, ਅਰਥਾਤ ਪਰੇ ਤੋਂ ਪਰੇ ਨਿਜ ਸਰੂਪ ਨਿਜ ਥਾਏ ਵਿੱਚ ਸਥਿਤ ਹੈ। ਜਿਸ ਤਰ੍ਹਾਂ ਸਾਚਾ ਨਿਰੰਕਾਰ ਨਿਜ ਥਾਇ। ਪਰ ਫਿਰ ਆਪ ਜੀ ਨੇ ਉਸ ਨੂੰ ਜਲ ਥਲ ਮਹੀਅਲ ਤੇ ਘਟ ਘਟ ਵਿੱਚ ਦੱਸਿਆ, ਅਰਥਾਤ ਉਹ ਜੋ ਪਰੇ ਤੋਂ ਪਰੇ ਅਪਰੰਪਰ ਸੀ ਉਹੀ ਵਿਆਪਕ ਹੈ ਤੇ ਉਹੀ ਘਟ ਘਟ ਵਿੱਚ ਅਰਥਾਤ ਅੰਤਰਸਥ ਵੀ ਹੈ। ਨੰਬਰ 1 ਅਪਰੰਪਰ, ਏਕੰਕਾਰ ਨਿਰੰਜਨ ਨਿਰਭਉ। ਨੰਬਰ 2 ਵਿਆਪਕ, ਜਲ ਥਲ ਰਹਿਆ ਸਮਾਈ। ਨੰਬਰ 3 ਅੰਤਰਸਥ, ਖੋਜਤ ਖੋਜਤ ਘਟ ਘਟ ਦੇਖਿਆ। ਅਪਰੰਪਰ, ਵਿਆਪਕ ਤੇ ਅੰਤਰਸਥ ਹੋ ਕੇ ਉਹ ਤ੍ਰੈ ਨਹੀਂ ਹੋ ਗਿਆ, ਉਹ ਇੱਕੋ ਦਾ ਇੱਕੋ ਹੈ। ਜਿਸ ਤਰ੍ਹਾਂ ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਹੁਣ ਨਿਰੰਜਨ ਨੂੰ ਅਪਰੰਪਰ ਲਖ ਕੇ ਫਿਰ ਵਿਆਪਕ ਤੇ ਅੰਤਰਸਥ ਹੁੰਦਿਆਂ ਨਿਰੰਤਰ ਦੇਖ ਕੇ ਗੁਰੂ ਜੀ ਨੇ ਉਸ ਨੂੰ ਲਿਖਾਉਣ ਲਈ ਇੱਕ ਅੱਖਰ ਲਿਆ, ਓੰਕਾਰ, ਤੇ ਇਸ ਨੂੰ ਆਪਣੇ ਇੱਕ ਦੇ ਨਾਲ ਲਾ ਦਿੱਤਾ। ਅੱਖਰ ਦੋ ਪ੍ਰਕਾਰ ਦੇ ਹਨ, ਸਵਰ ਤੇ ਵਿਅੰਜਨ। ਊੜਾ ਐੜਾ ਈੜੀ ਸਵਰ ਹਨ ਤੇ ਕੱਕੇ ਤੋਂ ਲੈ ਕੇ ਬਾਕੀ 35 ਦੇ ਅੱਖਰ ਵਿਅੰਜਨ ਹਨ। ਵਿਅੰਜਨ ਆਪੇ ਨਹੀਂ ਬੋਲਦੇ, ਉਹਨਾਂ ਵਿੱਚ ਸਵਰ ਦੀ ਆਵਾਜ਼ ਲੁਪਤ ਹੋਵੇ ਤਾਂ ਉਹ ਬੋਲਦੇ ਹਨ। ਜੋ ਸਵਰ ਅੱਖਰ ਵਿਅੰਜਨਾਂ ਤੋਂ ਸ਼੍ਰੋਮਣੀ ਹੋਏ, ਆਪਣੀ ਵਰਣਮਾਲਾ ਵਿੱਚ ਗੁਰੂ ਜੀ ਨੇ ਊੜੇ ਅੱਖਰ ਨੂੰ ਪਹਿਲਾ ਥਾਂ ਦਿੱਤਾ ਹੈ। ਗੋਇਆ ਸਵਰਾਂ ਵਿੱਚੋਂ ਊੜਾ ਨੂੰ ਸ਼੍ਰੋਮਣ ਸਵਰ ਥਾਪਿਆ ਹੈ। ਇਸੇ ਕਰਕੇ ਇਸ ਦਾ ਓੰਕਾਰ ਰੂਪ ਬਣਾ ਕੇ ਆਪਣੇ ਅਗਮ ਅਗੋਚਰ ਤੇ ਨਿਰਾਲੇ ਏਕੰਕਾਰ ਨੂੰ ਘਟ ਘਟ ਦਾ ਵਾਸੀ ਤੇ ਸਾਰੀ ਰਚਨਾ ਦਾ ਮੁੱਢ ਮੂਲ ਅਤੇ ਫੇਰ ਸਾਰੇ ਪਸਾਰੇ ਵਿੱਚ ਵਿਆਪਕ ਕਰਤਾ ਦੱਸਣੇ ਲਈ ਇੱਕ ਦੇ ਨਾਲ ਲਾ ਦਿੱਤਾ। ਆਸਾ ਦੀ ਵਾਰ ਵਿੱਚ ਦੱਸਿਆ ਹੈ, ਇੱਕ ਦੇ ਬਾਬਤ ਆਪੀ ਨੇ ਆਪ ਸਾਜਿਓ। ਇਹੋ ਖਿਆਲ ਭਾਈ ਗੁਰਦਾਸ ਜੀ ਨੇ ਇਉਂ ਦੱਸਿਆ ਹੈ,
ਗੁਰਮੁਖ ਏਕੰਕਾਰ ਆਪੋ ਪਾਇਆ। ਓੰਕਾਰ ਦੇ ਬਾਰੇ ਆਸਾ ਦੀ ਵਾਰ ਵਿੱਚ ਆਪੀ ਨੈ ਰਚਿਓ ਨਾਉ। ਭਾਈ ਗੁਰਦਾਸ ਜੀ ਕਹਿੰਦੇ ਓੰਕਾਰ ਆਕਾਰ ਪ੍ਰਗਟੀ ਆਇਆ। ਸ੍ਰਿਸ਼ਟੀ ਦੀ ਬਾਬਤ ਆਸਾ ਦੀ ਵਾਰ ਵਿੱਚ ਬਚਨ ਆਉਂਦਾ ਹੈ, ਦੁਈ ਕੁਦਰਤ ਸਾਜੀਐ। ਸ੍ਰਿਸ਼ਟੀ ਦੀ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ, ਪੰਜ ਤਤ ਵਿਸਥਾਰ ਚਲਤ ਰਚਾਇਆ। ਖਾਣੀ ਬਾਣੀ ਚਾਰ ਜਗਤੋ ਪਾਇਆ। ਦ੍ਰਿਸ਼ਟਾ ਦੀ ਬਾਬਤ ਆਸਾ ਦੀ ਵਾਰ ਦਾ ਬਚਨ ਹੈ, ਕਰ ਆਸਨ ਡਿਠੋ ਚਾਉ। ਸ੍ਰਿਸ਼ਟੀ ਨੂੰ ਉਪਾਵਨਹਾਰ ਅਕਾਲ ਪੁਰਖ ਦਾ ਲਖਾਇਕ ਹੈ ਓੰਕਾਰ। ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਆਪ ਇਉਂ ਦੱਸੀ ਹੈ, ਓੰਕਾਰ ਬ੍ਰਹਮਾ ਉਤਪਤ। ਓੰਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ। ਓੰਕਾਰ ਕੀਆ ਜਿਨ ਚਿਤ। ਓੰਕਾਰ ਉਹ ਹੈ ਜਿਸ ਨੇ ਚੇਤਨਤਾ ਰਚੀ, ਭਾਵ ਚੇਤਨ ਸ੍ਰਿਸ਼ਟੀ ਰਚੀ। ਓੰਕਾਰ ਸੈਲ ਜੁਗ ਭਏ। ਓੰਕਾਰ ਤੋਂ ਸੈਲ ਦੇਸ ਤੇ ਜੁਗ ਕਾਲ ਰਚੇ ਗਏ, ਭਾਵ ਜੜ ਸ੍ਰਿਸ਼ਟੀ ਰਚੀ ਗਈ। ਓੰਕਾਰ ਵੇਦ ਨਿਰਮਏ। ਓੰਕਾਰ ਤੋਂ ਵੇਦ ਰਚੇ ਗਏ। ਓੰਕਾਰ ਸ਼ਬਦ ਉਦਰੇ। ਓੰਕਾਰ ਤੋਂ ਸ਼ਬਦ ਦੁਆਰਾ ਭਾਵ ਸਿਮਰਨ ਕਰਕੇ ਜੀਵ ਉਦਰ ਗਏ। ਓੰਕਾਰ ਗੁਰਮੁਖ ਤਰੇ। ਓੰਕਾਰ ਦੇ ਲੱਖ ਨੂੰ ਲਖਣੇ ਕਰਕੇ ਗੁਰਮੁਖ ਭਵ ਸਾਗਰ ਨੂੰ ਤਰ ਗਏ। ਓ ਨਮ ਅੱਖਰ ਸੁਨਹੁ ਵਿਚਾਰ। ਅ ਪਲਸ ਖਰ, ਨਾ ਖਰਨੇ ਵਾਲਾ ਅਰਥਾਤ ਨਾਸ਼ ਰਹਿਤ। ਪਰਮਾਤਮਾ ਜੋ ਓੰਕਾਰ ਦਾ ਲਖ ਹੈ, ਉਹ ਨਮਸਕਾਰ ਯੋਗ ਹੈ, ਉਸ ਦਾ ਵਿਚਾਰ ਸੁਣ। ਓ ਨਮ ਅੱਖਰ ਤੇਰੇ ਭਵਨ ਸਾਰ। ਜੋ ਅਖਰ ਨਾਸ਼ ਰਹਿਤ ਪਰਮਾਤਮਾ ਹੈ, ਸੋ ਤਿੰਨਾਂ ਭਵਨਾਂ ਦਾ ਸਾਰ ਹੈ ਤੇ ਤ੍ਰੈ ਭਵਨ ਉਸ ਦਾ ਕੀਤਾ ਪਸਾਰਾ ਹੈ। ਉਹ ਓੰਕਾਰ ਦਾ ਲਖ ਹੈ ਤੇ ਨਮਸਕਾਰ ਯੋਗ ਹੈ। ਉੱਪਰਲੇ ਵਾਕਾਂ ਵਿੱਚ ਗੁਰੂ ਜੀ ਨੇ ਓੰਕਾਰ ਦਾ ਉਚਾਰਨ ਆਪ ਹੀ ਓੰਕਾਰ ਬੰਨ੍ਹ ਦਿੱਤਾ ਹੈ, ਜੋ ਗੁਰਮਤਿ ਵਿੱਚ ਪਰੰਪਰਾ ਤੋਂ ਪ੍ਰਮਾਣਿਕ ਹੈ। ਕਾਰ ਪਦ ਲੱਗਣ ਨਾਲ ਓੰਕਾਰ ਦਾ ਅਰਥ ਕੇਵਲ ਉਹ ਹੋ ਗਿਆ। ਸੋ ਉੱਪਰਲੇ ਵਾਕਾਂ ਵਿੱਚ ਉਚਾਰਨ ਦਾ ਰੂਪ ਓੰਕਾਰ ਬੰਨ੍ਹ ਕੇ ਆਪ ਨੇ ਇਸ ਦਾ ਅਰਥ ਕੀਤਾ ਕਿ ਇਹ ਬ੍ਰਹਮਾ ਆਦਿ ਦੇਵਤਿਆਂ ਦੇ ਰਚਨਹਾਰ ਦਾ ਲਖਾਇਕ ਅੱਖਰ ਹੈ। ਇਹੋ ਚੇਤਨ ਤੇ ਜੜ ਸ੍ਰਿਸ਼ਟੀ ਦੇਸ਼ ਕਾਲ ਦੇ ਰਚਨ ਦਾ ਨਾਮ ਹੈ। ਗਿਆਨ ਤੇ ਗਿਆਨ ਪ੍ਰਾਪਤੀ ਦੇ ਸਾਧਨ। ਸ਼ਬਦ ਦਾ ਰਚਨਹਾਰ ਵੀ ਹੈ। ਉਸ ਦਾ ਫਿਰ ਅੰਤਮ ਵਿਚਾਰ ਇਹ ਦੱਸਦੇ ਹਨ ਕਿ ਓੰਕਾਰ ਉਸ ਦਾ ਲਖਾਇਕ ਹੈ, ਜੋ ਤਿੰਨਾਂ ਭਵਨਾਂ ਵਿੱਚ ਸਾਰ ਰੂਪ ਹੈ ਤੇ ਅਖਰ ਨਾਸ਼ ਰਹਿਤ ਹੈ। ਆਪ ਤਿੰਨਾਂ ਭਵਨਾਂ ਤੋਂ ਬਾਹਰ ਨਹੀਂ, ਪਰ ਆਪ ਸਾਰ ਰੂਪ ਹੈ ਤੇ ਹੋਰ ਸਾਰਾ ਉਸ ਸਾਰ ਰੂਪ ਦਾ ਪਸਾਰਾ ਹੈ। ਆਪਣੇ ਤੋਂ ਵਿਕ੍ਰਿਤ ਹੋ ਕੇ ਉਹ ਤ੍ਰਿਭਵਨ ਰੂਪ ਨਹੀਂ, ਸਾਰ ਰੂਪ ਰਹਿ ਕੇ ਪਸਾਰੇ ਤੋਂ ਭਿੰਨ ਵੀ ਹੈ ਤੇ ਵਿਆਪਕ ਹੋ ਕੇ ਅਭਿੰਨ ਵੀ ਹੈ। ਉਸ ਦੇ ਇਸ ਭਿੰਨ ਅਭਿੰਨ ਰੂਪ ਦਾ ਲਖਾਇਕ ਓੰਕਾਰ ਹੈ। ਤੀਸਰੇ ਸਤਿਗੁਰੂ ਜੀ ਨੇ ਵੀ ਓੰਕਾਰ ਨੂੰ ਕਰਤਾ ਪੁਰਖ ਦਾ ਲਖਾਇਕ ਦੱਸਿਆ ਹੈ। ਓੰਕਾਰ ਸਭ ਸ੍ਰਿਸ਼ਟ ਉਪਾਈ, ਅਰਥਾਤ ਓੰਕਾਰ ਨੇ ਸਾਰੀ ਸ੍ਰਿਸ਼ਟੀ ਉਤਪਤ ਕੀਤੀ। ਚੌਥੇ ਸਤਿਗੁਰਾਂ ਨੇ ਫਰਮਾਇਆ, ਓੰਕਾਰ ਏਕੋ ਰਵ ਰਹਿਆ, ਸਭ ਏਕ ਸਮਾਹਿ ਸਮਾਵੈ ਗੋ। ਪੰਜਵੇਂ ਸਤਿਗੁਰਾਂ ਨੇ ਫਰਮਾਇਆ, ਓੰਕਾਰ ਉਤਪਾਤੀ, ਕੀਆ ਦਿਨ ਸਭ ਰਾਤੀ। ਓੰਕਾਰ ਤੋਂ ਸਾਰੀ ਉਤਪਤੀ ਹੋਈ ਹੈ, ਦਿਨ ਤੇ ਰਾਤ ਸਭੋ ਕੁਝ ਸਜਿਆ ਹੈ। ਦਸਵੇਂ ਪਾਤਸ਼ਾਹ ਜੀ ਨੇ ਫਰਮਾਇਆ ਹੈ, ਓੰਕਾਰ ਆਦ ਕਥਨੀ ਅਨਾਦ। ਓੰ ਆਦ ਰੂਪੇ ਅਨਾਦ ਸਰੂਪੇ, ਪ੍ਰਥਮ ਕਾਲ ਜਬ ਕੀਆ ਪਸਾਰਾ। ਓੰਕਾਰ ਤੇ ਸ੍ਰਿਸ਼ਟ ਉਪਾਰਾ। ਕਬੀਰ ਜੀ ਨੇ ਵੀ 52 ਅੱਖਰੀ ਲਿਖੀ ਹੈ। ਇਸ ਦੀ ਅਖੀਰਲੀ ਪੌੜੀ ਤੋਂ ਪਤਾ ਲੱਗਦਾ ਹੈ ਕਿ ਇਹ ਵੀ ਕਿਸੇ ਪੰਡਤ ਪ੍ਰਥਾਏ ਉਚਾਰੀ ਹੈ।
ਜੋ ਪੰਡਤ ਕੇ ਲੋਕ ਵਿਵਹਾਰ ਦੀ ਵਿਥਿਆ ਪੜ੍ਹਾਉਂਦਾ ਸੀ, ਪਾਂਦੇ ਜਾਂ ਪੰਡਤ ਪੱਟੀ ਦੇ ਮੁੱਢ ਵਿੱਚ ਓੰਕਾਰ ਲਿਖ ਦਿੰਦੇ ਹਨ। ਉਸ ਪ੍ਰਥਾਏ ਕਬੀਰ ਜੀ ਉੱਥੇ ਫਰਮਾਉਂਦੇ ਹਨ, ਓੰਕਾਰ ਆਦਿ ਮੈਂ ਜਾਨਾ। ਓੰਕਾਰ ਸਭ ਦੀ ਆਦ ਹੈ, ਮੈਂ ਉਸ ਨੂੰ ਤਾਂ ਜਾਣ ਲਿਆ ਹੈ। ਲਿਖ ਅਰ ਮੇਟੈ ਤਾਹੇ ਨਾ ਮਾਨਾ। ਪਰ ਹੇ ਪੰਡਤ, ਤੂੰ ਜਿਸ ਓੰਕਾਰ ਨੂੰ ਪੱਟੀ ਉੱਤੇ ਲਿਖ ਦਿੰਦਾ ਹੈ, ਤੇ ਮੁੰਡੇ ਪੜ੍ਹ ਵਾਚ ਕੇ ਫਿਰ ਓੰਕਾਰ ਸਮੇਤ ਸਾਰੀ ਨੂੰ ਮੇਟ ਦਿੰਦੇ ਹਨ। ਉਸ ਰਸਮੀ ਤੇ ਵਿਵਹਾਰਕ ਲੇਖਾ ਪੜ੍ਹੀ ਦੇ ਓੰਕਾਰ ਨੂੰ ਮੈਂ ਨਹੀਂ ਮੰਨਦਾ ਕਿ ਉਹ ਓੰਕਾਰ ਦਾ ਲਖ ਹੈ। ਓੰਕਾਰ ਲਖੈ ਜੋ ਕੋਈ। ਪਰ ਜੇ ਕੋਈ ਓੰਕਾਰ ਦੇ ਲਖ ਨੂੰ ਲਖ ਲਵੇ, ਸੋਈ ਲਖ ਮੇਟਣਾ ਨਾ ਹੋਈ। ਉਸ ਲਖ ਨੂੰ ਲਖ ਲਿਆ ਫੇਰ ਮਿਸਣਾ ਨਹੀਂ ਹੁੰਦਾ। ਭਾਵ ਇਹ ਕਿ ਓੰਕਾਰ ਰਚਨਾ ਦੀ ਆਦ ਹੈ, ਪਰ ਜੋ ਤੂੰ ਪੱਟੀ ਤੇ ਲਿਖ ਦਿੰਦਾ ਹੈ ਉਹ ਰਸਮੀ ਗੱਲ ਹੈ। ਉਹ ਰੋਜ਼ ਲਿਖੀਂਦੀ ਤੇ ਮਟੀਂਦੀ ਹੈ। ਪਰ ਉਸ ਦਾ ਜੋ ਲਖ ਹੈ, ਉਹ ਲਖ ਲਿਆ ਜਾਵੇ ਤਾਂ ਉਹ ਲਖ ਅਮਿੱਟ ਹੈ, ਸਦਾ ਥਿਰ ਹੈ। ਇਥੇ ਕਬੀਰ ਜੀ ਸ੍ਰਿਸ਼ਟੀ ਦੇ ਆਦ ਕਰਤਾ ਨੂੰ ਓੰਕਾਰ ਆਖ ਰਹੇ ਹਨ। ਇਸ ਦੇ ਇੱਕ ਅਰਥ ਇਉਂ ਵੀ ਕਰਦੇ ਹਨ, ਓੰਕਾਰ ਨੂੰ ਮੈਂ ਜਾਣਦਾ ਹਾਂ ਕਿ ਉਹ ਸਭ ਦੀ ਆਦ ਹੈ, ਪਰ ਉਹ ਓੰਕਾਰ ਜੋ ਜਿਸ ਸ੍ਰਿਸ਼ਟੀ ਨੂੰ ਪੱਟੀ ਦੇ ਅੱਖਰਾਂ ਵਾਂਗੂ ਲਿਖ ਕੇ ਭਾਵ ਰਚ ਕੇ ਮੇਸ ਨਾਸ਼ ਕਰ ਦਿੰਦਾ ਹੈ, ਉਸ ਨੂੰ ਮੈਂ ਨਹੀਂ ਮੰਨਦਾ ਕਿ ਉਹ ਸ੍ਰਿਸ਼ਟੀ ਓੰਕਾਰ ਹੈ। ਹਾਂ, ਜੇ ਕੋਈ ਓੰਕਾਰ ਦੇ ਲਖ ਨੂੰ ਲਖ ਲਵੇ, ਉਸ ਲਖ ਲੈਣ ਵਾਲੇ ਦਾ ਲਖ ਕੇ ਫਿਰ ਵਿਨਾਸ਼ ਨਹੀਂ ਹੁੰਦਾ। ਇਸ ਦਾ ਭਾਵ ਵੀ ਇਹੋ ਹੈ ਕਿ ਕਬੀਰ ਜੀ ਓੰਕਾਰ ਦਾ ਲਖ ਸ੍ਰਿਸ਼ਟੀ ਕਰਤਾ ਨੂੰ ਮੰਨਦੇ ਹਨ ਤੇ ਓੰਕਾਰ ਦੇ ਲਖ ਪ੍ਰਮਾਤਮ ਦੇਵ ਨੂੰ ਲਖ ਲੈਣੇ ਦਾ ਉਪਦੇਸ਼ ਦਿੰਦੇ ਹਨ। ਭਾਈ ਗੁਰਦਾਸ ਜੀ ਲਿਖਦੇ ਨੇ, ਨਿਰਾਧਾਰ ਨਿਰੰਕਾਰ ਨਾ ਅਲਖ ਲਖਾਇਆ। ਹੋਆ ਏਕੰਕਾਰ ਆਪੋ ਪਾਇਆ। ਓੰਕਾਰ ਆਕਾਰ ਚਲਤ ਰਚਾਇਆ। ਏਕੰਕਾਰ ਇਕਾਂਗ ਲੇਖ ਊੜਾ ਓੰਕਾਰ ਲਕਾਇਆ। ਓੰਕਾਰ ਆਕਾਰ ਕਰ ਤ੍ਰੈ ਗੁਣ ਪੰਜ ਤਤ ਉਪਜਾਇਆ। ਤ੍ਰੇਹਾਂ ਦਾ ਭਾਵ ਅਰਥ ਇਹ ਹੈ, ਜੋ ਨਿਰਆਕਾਰ ਅਲਖ ਪ੍ਰਭੂ ਸੀ, ਉਸਨੇ ਏਕੰਕਾਰ ਹੋ ਕੇ ਆਪ ਨੂੰ ਪਾਇਆ ਤੇ ਇੱਕ ਦੇ ਅੰਗ ਵਿੱਚ ਲਿਖਿਆ ਤੇ ਫਿਰ ਓੰਕਾਰ ਦਾ ਚਰਿੱਤਰ ਰਚਿਆ, ਜਿਸ ਤੋਂ ਆਕਾਰ ਵਾਲੀ ਸ੍ਰਿਸ਼ਟੀ ਤ੍ਰਿਗੁਣਾ ਵਾਲੀ ਤੇ ਪੰਜ ਤੱਤਾਂ ਵਾਲੀ ਰਚੀ ਗਈ। ਫਿਰ ਭਾਈ ਗੁਰਦਾਸ ਜੀ ਓੰਕਾਰ ਨੂੰ ਉਸ ਦਾ ਆਕਾਰ ਦੱਸਦੇ ਹਨ। ਓੰਕਾਰ ਆਕਾਰ ਸੋ ਤਿਸੇ, ਨਿਰੰਕਾਰ ਆਕਾਰ ਹੋਏ। ਏਕੰਕਾਰ ਪਾਰ ਸਦਾਇਆ। ਏਕੰਕਾਰ ਸ਼ਬਦ ਧੁਨ, ਓੰਕਾਰ ਆਕਾਰ ਬਣਾਇਆ। ਓੰਕਾਰ ਆਕਾਰ ਕਰ ਇਕ ਕਵਾਉ ਪਸਾਉ ਕਰਾਇਆ। ਓੰਕਾਰ ਆਕਾਰ ਕਰ ਪੌਣ ਪਾਣੀ ਬੈਸੰਤਰ ਧਾਰੇ। ਭਾਈ ਗੁਰਦਾਸ ਜੀ ਦਾ ਭਾਵ ਕੁਛ ਇਉਂ ਦਾ ਗੁਰਬਾਣੀ ਦਾ ਟੀਕਾ ਹੀ ਜਾਪਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੋਏ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਉ। ਸਾਰ ਰੂਪ ਕੀ ਹੈ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਨਿਰੰਜਨ ਨੇ ਆਪੀ ਨੇ ਆਪ ਸਾਜਿਓ ਇੱਕ, ਆਪੀ ਨੇ ਰਚਿਓ ਨਾਉ ਓੰਕਾਰ। ਤੇ ਪਸਾਰਾ ਰੂਪ ਕੀ ਹੈ? ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਉ। ਦ੍ਰਿਸ਼ ਅਦ੍ਰਿਸ਼ ਜੜ ਚੇਤਨ ਜਗਤ ਪਸਾਰਾ ਕਰਕੇ ਸਾਰੇ ਰੂਪ ਫੇਰ ਇੱਕ ਦਾ ਇੱਕ ਤੇ ਨਾ ਲਿਪਾਏਮਾਨ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਤੂੰ ਕਰਤਾ ਹੈ, ਤੂੰ ਕਾਦਰ ਹੈ, ਇਹ ਤੇਰੀ ਕੀਤੀ ਹੋਈ ਕੁਦਰਤ ਹੈ। ਫਿਰ ਤੂੰ ਇਸ ਤੋਂ ਅਤ੍ਰਿਕਤ ਹੈ,
ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾ ਕੋ ਤਾਕ। ਇਹ ਤੇਰੇ ਹੁਕਮ ਵਿੱਚ ਚੱਲ ਰਹੀ ਹੈ ਤੇ ਤੂੰ ਹੁਕਮੀ ਹੋ ਕੇ, ਕਾਦਰ ਕਰਤਾ ਹੋ ਕੇ, ਬਲਿਹਾਰੀ ਕੁਦਰਤ ਵਸਿਆ ਹੋ ਕੇ, ਫਿਰ ਇੱਕੋ ਦਾ ਇੱਕੋ ਹੋ ਕੇ ਵਰਤ ਰਿਹਾ ਹੈ। ਜਪ ਜੀ ਵਿੱਚ ਫਰਮਾਇਆ ਹੈ, ਹੁਕਮੀ ਹੁਕਮ ਚਲਾਏ ਰਾਹੁ, ਨਾਨਕ ਵਿਗਸੈ ਵੇ ਪਰਵਾਹੁ। ਹੁਕਮੀ ਅਰਥਾਤ ਹੁਕਮ ਦਾ ਮਾਲਕ ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਤੇ ਪ੍ਰਬੰਧ ਚਲਾ ਰਿਹਾ ਹੈ। ਸਭ ਕੁਝ ਕਰਦਾ ਹੋਇਆ ਆਪ ਬੇਪਰਵਾਹ ਹੈ, ਲਿਪਾਈਮਾਨ ਨਹੀਂ, ਵਿਗਾਸ ਆਨੰਦ ਸਰੂਪ ਹੈ। ਓੰਕਾਰ ਦਾ ਸੰਸਕ੍ਰਿਤ ਰੂਪ। ਓੰਕਾਰ ਰੂਪ ਗੁਰਬਾਣੀ ਦਾ ਆਪਣਾ ਹੈ ਤੇ ਇਹਦੇ ਤ੍ਰੈ ਰੂਪ ਓ ਨਾਮ ਸ਼ਿਵਾਏ। ਓਮ ਸੰਸਕ੍ਰਿਤ ਵਿੱਚ ਪੁਰਾਤਨ ਸਮੇਂ ਤੋਂ ਚਲੇ ਆਉਂਦੇ ਹਨ। ਇਸ ਦੇ ਨਾਮ ਜਾਂ ਪਰਿਆਇਵਾਚੀ ਪਦ ਪ੍ਰਣਵ ਤੇ ਉਦਗੀਤ ਵੀ ਸੰਸਕ੍ਰਿਤ ਵਿੱਚ ਹਨ। ਬਹੁਤ ਪੁਰਾਣੇ ਸਮੇਂ ਓ ਨਮঃ ਸ਼ਿਵਾਏ ਦਾ ਵਰਤਾਓ ਇਹਨਾਂ ਅਰਥਾਂ ਵਿੱਚ ਹੁੰਦਾ ਸੀ, ਹਾਂ, ਅੱਛਾ, ਤਥਾ, ਅਸਤੂ, ਐਸਾ ਹੀ ਹੋਵੇ। ਕਈ ਕੋਸ਼ਾਂ ਵਿੱਚ ਲਿਖਦੇ ਹਨ ਕਿ ਅੰਗਰੇਜ਼ੀ ਦਾ ਪਦ ਏਮਨ, ਜਿਸ ਨੂੰ ਫਾਰਸੀ ਵਿੱਚ ਆਮੀਨ ਕਹਿੰਦੇ ਹਨ, ਇਸ ਓਮ ਨਾਲ ਮਿਲਦਾ ਹੈ। ਓਮ ਦੇ ਅਰਥ ਤਥਾ ਅਸਤੂ ਹਨ ਤੇ ਏਮਨ ਦੇ ਅਰਥ ਵੀ ਤਥਾ ਅਸਤੂ, ਐਸਾ ਹੀ ਹੋਵੇ ਹਨ। ਫਿਰ ਇਹ ਪਦ ਓਮ ਪਵਿੱਤਰ ਤੇ ਸਵਸਤੀ ਵਾਚਕ ਮੰਨਿਆ ਜਾਂਦਾ ਸੀ। ਇਸ ਕਰਕੇ ਗ੍ਰੰਥਾਂ ਤੇ ਮੰਤਰਾਂ ਦੇ ਆਦ ਅੰਤ ਲਿਖਿਆ ਜਾਂਦਾ ਸੀ। ਭਾਵੇਂ ਇਸ ਦਾ ਉਚਾਰਨ ਪਰਮ ਪਵਿੱਤਰ ਮੰਨਿਆ ਜਾਂਦਾ ਸੀ, ਪਰ ਅਨਅਧਿਕਾਰੀ ਜਾਂ ਵਿਜਾਤੀ ਕੰਨਾਂ ਨੂੰ ਇਸ ਦੇ ਸੁਣਨੇ ਦੀ ਮਨਾਹੀ ਸੀ। ਵਿਆਕਰਨ ਵਾਲੇ ਇਸ ਨੂੰ ਅਵ ਧਾਤੂ ਤੋਂ ਬਣਿਆ ਸਿੱਧ ਕਰਕੇ ਰੱਖਿਆ ਕਰਨੇ ਵਾਲਾ ਅਰਥ ਵੀ ਕਰਦੇ ਹਨ, ਪਰ ਉਮਿਤ ਅਵਯਮ ਵੀ ਲਿਖਦੇ ਹਨ, ਜਿਸ ਦਾ ਅਰਥ ਹੈ ਕਿ ਉਹ ਅਵੈ ਹੈ। ਅਵੈ ਉਸ ਨੂੰ ਆਖਦੇ ਹਨ ਕਿ ਜੋ ਵਿਆਕਰਨ ਵਿੱਚ ਦਸੀਆਂ ਵਿਭਗਤੀਆਂ, ਲਿੰਗ ਤੇ ਵਚਨ ਆਦਿ ਤਬਦੀਲੀਆਂ ਵਿੱਚ ਨਾ ਜਾਵੇ, ਆਪਣੇ ਸਰੂਪ ਵਿੱਚ ਜਿਉਂ ਕਾ ਤਿਉਂ ਰਹੇ। ਉਂਝ ਵੀ ਅਵੈ ਪਦ ਦਾ ਅਰਥ ਹੈ ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ, ਜੋ ਇੱਕ ਰਸ ਰਹੇ। ਇਸ ਓਮ ਨੂੰ ਅੱਖਰ ਮੰਨਦੇ ਸਨ, ਇਸ ਕਰਕੇ ਇਸ ਨੂੰ ਅਗਜ਼ਰ ਤੇ ਇਕਾਗਜ਼ਰ ਵੀ ਸੱਦਦੇ ਸਨ। ਉਪਨਿਸ਼ਦਾਂ ਵਿੱਚ ਓਮ ਦਾ ਵਿਸਥਾਰ ਵਧੇਰੇ ਹੈ। ਉਥੇ ਇਸ ਦੀ ਉਪਾਸਨਾ, ਧਿਆਨ, ਜਪ, ਸਿਮਰਨ ਤੇ ਇਸ ਦੇ ਆਤਮ ਲਾਭ ਬਹੁਤ ਲਿਖੇ ਹਨ। ਤੈਤਰੀ ਉਪਨਿਸ਼ਦ ਵਿੱਚ ਤਾਂ ਕਿਹਾ ਹੈ, ਉਮਿਤ ਬ੍ਰਹਮ ਉਮਦੀਦ ਸਰਵਮ। ਉਹ ਹੀ ਬ੍ਰਹਮ ਹੈ, ਉਹੀ ਇਹ ਸਾਰਾ ਵਿਸ਼ਵ ਹੈ। ਯੋਗ ਦਰਸ਼ਨ ਵਿੱਚ ਪ੍ਰਣਵ ਅਰਥਾਤ ਓੰ ਨੂੰ ਈਸ਼ਵਰ ਦਾ ਵਾਚਕ ਦੱਸਿਆ, ਤਸ ਵਾਚਕ ਪ੍ਰਣਵ। ਸੋ ਗੁਰੂ ਸਾਹਿਬ ਜੀ ਦੇ ਸਮੇਂ ਤੱਕ ਸੰਸਕ੍ਰਿਤੀ ਦਾ ਓਮ ਈਸ਼ਵਰ ਦਾ ਵਾਚਕ ਅੱਖਰ ਮੰਨਿਆ ਜਾਂਦਾ ਸੀ ਤੇ ਮਹਾਨ ਸਤਿਕਾਰ ਨਾਲ ਵੇਖਿਆ ਜਾਂਦਾ ਸੀ। ਮੰਤਰਾਂ ਵਿੱਚ ਬੀਜ ਰੂਪ ਰੱਖਿਆ ਜਾਂਦਾ ਸੀ। ਉਚਾਰਨ, ਜਪ, ਸਿਮਰਨ ਤੇ ਧਿਆਨ ਦਾ ਆਸਰਾ ਰੱਖਿਆ ਜਾਂਦਾ ਸੀ। ਅਸੀਸ ਤੇ ਸਵਸਤੀ ਵਾਚਕ ਵਾਕ ਉਚਾਰਨ ਵੇਲੇ ਪਹਿਲੋਂ ਓੰ ਉਚਾਰਦੇ ਸਨ। ਇਥੋਂ ਤਾਈਂ ਕਿ ਅਨੀਸ਼ਵਵਾਦੀ ਬੋਧੀ ਆਦਿਕ ਆਪਣੇ ਮੰਤਰ ਓਮ ਪਦਮਣੇ ਹੁਮ ਦੇ ਪਹਿਲੇ ਉਹ ਓੰ ਹੀ ਉਚਾਰਦੇ ਸਨ ਤੇ ਜੈਨੀ ਪਾਂਦੇ ਤੱਕ ਵੀ ਉਹ ਸਦਾਇਨਮ ਲਿਖਦੇ ਤੇ ਇਉਂ ਓਮ ਹੀ ਪਹਿਲੋਂ ਰੱਖਦੇ ਸਨ। ਉਪਾਸ਼ਨਾ ਪੱਖ ਵਿੱਚ ਓੰ ਦੀ ਉਪਾਸ਼ਨਾ ਦਾ ਮਹਾਤਮ ਉਪਨਿਖਦਾਂ ਤੇ ਹੋਰ ਸ਼ਾਸਤਰਾਂ ਵਿੱਚ ਬਹੁਤ ਲਿਖਿਆ ਹੈ। ਇਸ ਨੂੰ ਤ੍ਰੈ ਅੱਖਰਾਂ ਐੜਾ, ਊੜਾ, ਮੱਮਾ, ਓ, ਮ ਤੋਂ ਬਣਿਆ ਮੰਨ ਕੇ ਬੜੇ ਵਿਸਥਾਰ ਕੀਤੇ ਗਏ ਹਨ, ਜਿਨ੍ਹਾਂ ਸਭਨਾਂ ਲਈ ਇੱਥੇ ਸਮਾਂ ਨਹੀਂ। ਨਮੂਨੇ ਮਾਤਰ ਇਉਂ ਹੈ। ਅਰਥਾਤ ਵੈਸ਼ਵਨਰ ਹੈ, ਜਾਗਰਤ ਅਵਸਥਾ ਦਾ ਸੁਆਮੀ ਹੈ। ਜੇਕਰ ਪਹਿਲਾ ਅੱਖਰ ਹੈ ਅਰ ਸਾਰੇ ਅੱਖਰਾਂ ਵਿੱਚ ਵਿਆਪਕ ਹੈ। ਇਕੁਰ
ਵੈਸ਼ੁਨਰ ਸਾਰੇ ਵਿਆਪਕ ਹੈ। ਜਿਕਰ ਅ ਪਹਿਲਾ ਅੱਖਰ ਹੈ, ਇਕਰ ਵੈਸ਼ਨਰ ਆਤਮਾ ਦੀਆਂ ਚੌਹਾਂ ਅਵਸਥਾ ਵਿੱਚੋਂ ਪਹਿਲੀ ਹੈ। ਓ ਅਰਥਾਤ ਊੜਾ। ਤੇਜਸ ਹੈ, ਸਵਪਨ ਅਵਸਥਾ ਦਾ ਸੁਆਮੀ ਹੈ। ਊੜਾ ਮੱਧ ਅੱਖਰ ਹੈ। ਮ ਅਰਥਾਤ ਮਮਾ ਪ੍ਰਾਗ ਹੈ, ਸੁਖੋਪਤੀ ਦਾ ਸੁਆਮੀ ਹੈ। ਜਦ ਓਮ ਉਚਾਰੀ ਦਾ ਹੈ ਤਦ ਐੜਾ ਊੜਾ ਮਮੇ ਵਿੱਚ ਵੜਦੇ ਤੇ ਪੁਨः ਉਚਾਰਨ ਸਮੇਂ ਨਿਕਲਦੇ ਹਨ। ਇਸੇ ਤਰ੍ਹਾਂ ਵੈਸ਼ੁਨਰ ਤੇ ਤੇਜਸ ਪ੍ਰਾਗ ਵਿੱਚ ਸੁਖੋਪਤੀ ਵਿੱਚ ਵੜਦੇ ਤੇ ਜਾਗਣ ਵੇਲੇ ਨਿਕਲਦੇ ਹਨ। ਚੌਥਾ ਓੰ ਆਤਮਾ ਹੈ, ਜਿਸ ਦੀ ਕੋਈ ਗਿਣਤੀ ਨਹੀਂ, ਦੁਤੀ ਨਹੀਂ, ਕਿਹਾ ਨਹੀਂ ਜਾਂਦਾ। ਇਸ ਆਤਮਾ ਨੂੰ ਜਾਣਨਾ ਓੰ ਹੈ। ਫਿਰ ਤ੍ਰੈ ਅੱਖਰਾਂ ਤੋਂ ਤ੍ਰੈ ਦੇਵਤੇ ਕਲਪੇ ਗਏ। ਅ ਬ੍ਰਹਮਾ, ਓ ਵਿਸ਼ਨੂੰ, ਮ ਸ਼ਿਵ। ਪਰ ਇਹ ਵੰਡ ਅਤੇ ਇਹਨਾਂ ਦੇ ਅਰਥ ਗੁਰਮਤਿ ਵਿੱਚ ਪ੍ਰਵਾਨ ਨਹੀਂ ਹਨ ਤੇ ਨਾ ਹੀ ਇਸ ਨੂੰ ਤੋੜਨੇ ਦੀ ਆਗਿਆ ਹੈ। ਓੰਕਾਰ ਦੇ ਪਹਿਲੇ ਇੱਕ ਲਿਖਣ ਵਿੱਚ ਇਹ ਸੈਣਤ ਵੀ ਹੈ ਕਿ ਓੰਕਾਰ ਦੀ ਵੰਡ ਨਹੀਂ ਕਰਨੀ। ਇੱਕੋ ਜੋ ਅਦੁੱਤੀ ਹੈ, ਹਰ ਹਾਲ ਇੱਕੋ ਹੈ। ਉਸ ਵਿੱਚ ਦੋ ਤ੍ਰੈ ਆਦਿ ਦੀ ਕੋਈ ਕਲਪਨਾ ਵਿਹਿਤ ਨਹੀਂ। ਸਾਧਨ ਪੱਖ। ਸੋ ਗੁਰੂ ਜੀ ਨੇ ਆਪਣੇ ਓੰਕਾਰ ਦੇ ਪਹਿਲੇ ਇੱਕ ਰੱਖ ਕੇ ਇਸ ਦਾ ਆਪਣਾ ਸੰਪੂਰਨ ਰੂਪ ਇੱਕ ਓੰਕਾਰ ਲਿਖਿਆ ਤੇ ਉਚਾਰਨ ਇੱਕ ਓੰਕਾਰ ਸਥਾਪਿਤ ਕੀਤਾ। ਇਸ ਦਾ ਭਾਵ ਅਰਥ ਪਿੱਛੇ ਦੱਸ ਆਏ ਹਾਂ। ਮੂਲ ਮੰਤਰ ਦੇ ਆਰੰਭ ਵਿੱਚ ਬੀਜ ਮੰਤਰ ਇਹੋ ਇੱਕ ਓੰਕਾਰ ਲਿਖਿਆ ਹੋਣ ਕਰਕੇ ਮੋਹਰਲਾ ਨਾਮ ਇਹੋ ਹੋਇਆ। ਸੋ ਮੂਲ ਮੰਤਰ ਦੁਆਰਾ ਜਦ ਰੱਬ ਜੀ ਦੀ ਉਪਾਸਨਾ ਕੀਤੀ ਜਾਂਦੀ ਹੈ ਤਾਂ ਇੱਕ ਓੰਕਾਰ ਉਸ ਦੇ ਮੁੱਢ ਵਿੱਚ ਹੋਣ ਕਰਕੇ ਇਸ ਦਾ ਜਾਪ ਪਾਠ ਸਿਮਰਨ ਆਪ ਹੀ ਹੋ ਜਾਂਦਾ ਹੈ। ਅੰਮ੍ਰਿਤ ਛਕਾਉਣ ਸਮੇਂ ਮੂਲ ਮੰਤਰ ਦਾ ਪਾਠ ਕਰਾਇਆ ਜਾਂਦਾ ਹੈ। ਉਸ ਵਿੱਚ ਇੱਕ ਓੰਕਾਰ ਦਾ ਪਾਠ ਆਪ ਹੀ ਆ ਜਾਂਦਾ ਹੈ। ਸੋ ਗੁਰਮਤਿ ਵਿੱਚ ਇਹ ਬੀਜ ਮੰਤਰ ਹੈ ਤੇ ਮੂਲ ਮੰਤਰ ਦਾ ਮੁੱਢ ਹੈ ਤੇ ਉਪਾਸਨਾ ਵਿੱਚ ਸ਼ਾਮਲ ਹੈ। ਸਾਧਨ ਪੱਖ ਵਿੱਚ ਇੱਕ ਓੰਕਾਰ ਸਾਧਕਾਂ ਨੂੰ ਸਥੂਲਤਾ ਵਿੱਚੋਂ ਸੂਖਮਤਾ ਵਿੱਚ ਲੈ ਜਾਂਦਾ ਹੈ। ਅੱਖਾਂ ਨਾਲ ਦੇਖਣੇ ਜਾਂ ਮੂੰਹ ਥੀ ਉਚਾਰਨੇ ਜਾਂ ਕੰਨਾਂ ਥੀ ਸੁਣਨੇ ਵਿੱਚ ਇਹ ਸਥੂਲ ਹੈ। ਮਨ ਦੁਆਰਾ ਸਮਝਣੇ ਜਾਂ ਸਿਮਰਨੇ ਪਰ ਇਹ ਮਿਸ਼ਰਤ ਹੈ। ਕੁਝ ਸੂਖਮ ਅਰ ਕੁਝ ਸਥੂਲ ਬੁੱਧੀ ਦੁਆਰਾ ਇਸ ਪਰ ਟਿਕਣੇ ਤੇ ਇਹ ਸੂਖਮ ਹੁੰਦਾ ਹੁੰਦਾ ਸੂਖਮਤਾ ਦੇ ਅਤ ਨੇੜੇ ਹੋ ਗਿਆ। ਚਿੱਤ ਨਾਲ ਭੇਦ ਹੋਣੇ ਵੇਲੇ ਇਹ ਇੱਕਦਮ ਸੂਖਮ ਹੋ ਕੇ ਚਿੱਤ ਨੂੰ ਨਾਲ ਲੈ ਕੇ ਉਸ ਨਿਰਾਕਾਰ ਵੱਲ ਲੈ ਗਿਆ। ਅਰ ਫੇਰ ਮਿਹਰ ਨਾਲ ਜਗਿਆਸੂ ਮਨ ਬੁੱਧ ਚਿੱਤ ਆਦਿ ਤੋਂ ਅੱਗੇ ਪੂਰਨ ਅਵਸਥਾ ਨੂੰ ਪਹੁੰਚ ਗਿਆ, ਜਿੱਥੇ ਉਸ ਨਿਰਾਕਾਰ ਪਾਰ ਬ੍ਰਹਮ ਪੂਰਨ ਦੇ ਸਰੂਪ ਦੀ ਪ੍ਰਾਪਤੀ ਪਾ ਕੇ ਇੱਕ ਰਸ ਮੈਂ ਮੇਰੀ ਦੀ ਕੈਦ ਤੋਂ ਸੁਤੰਤਰ ਪੂਰਨ ਯਥਾਰਥਾ ਵਿੱਚ ਤਦਰੂਪਤਾ ਹੋ ਗਈ। ਇਸ ਪ੍ਰਕਾਰ ਇੱਕ ਓੰਕਾਰ ਸੂਖਮ ਅਰ ਸਥੂਲ ਰੂਪ ਹੈ। ਆਪਹਿ ਸੂਖਮ ਆਪਹਿ ਸਥੂਲਾ ਲਖੀ ਨਾ ਜਾਈ ਨਾਨਕ ਲੀਲਾ।